पंजाबी यूनिवर्सिटी पटियाला ਦਾ ਸਿਲੇਬਸ ਪੋਲੀਟੀਕਲ ਸਾਇੰਸ ਸੈਕੰਡ ਸਮੈਸਟਰ ਦੇ ਸਿਲੇਬਸ ਦੇ ਵਿੱਚ ਸਿੱਖਾਂ ਨੂੰ ਸਿੱਧੇ ਤੌਰ ਤੇ ਅੱਤਵਾਦੀ ਦਰਸਾਉਣ ਦਾ ਇਹ ਮਸਲਾ ਗੰਭੀਰ ਮਸਲਾ ਹੈਗਾ ਆ। ਉਹ ਬੇਈਮਾਨੀ ਤਰੀਕੇ ਦੇ ਨਾਲ ਜਿਹੜੀ ਕੇਂਦਰੀ ਸਿੱਖਿਆ ਨੀਤੀ ਹੈ, ਰਾਸ਼ਟਰਵਾਦੀ ਸਿੱਖਿਆ ਨੀਤੀ ਹੈ, ਸਿੱਖ ਵਿਰੋਧੀ ਘੱਟ ਗਿਣਤੀ ਕੌਮਾਂ ਦੇ ਵਿਰੋਧੀ ਐਜੂਕੇਸ਼ਨ ਨੀਤੀ ਹੈ, ਉਹ ਅੱਜ ਕੱਲ੍ਹ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਉਹਦੇ ਵਿੱਚ ਗੁਰੂ ਸਾਹਿਬਾਨ ਪ੍ਰਤੀ ਇੰਨੀ ਭੱਦੀਆਂ ਸ਼ਬਦਾਵਲੀ ਲਿਖੀ ਹੋਈ ਸੀ ਤੇ ਜਿਹੜੀਆਂ 10-10 ਸਾਲਾਂ ਤੋਂ ਪੜ੍ਹਾਈ ਜਾ ਰਹੀ ਸੀ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਪਰੂਵ ਕੀਤਾ ਹੋਇਆ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪਰੂਵ ਕੀਤਾ ਹੋਇਆ ਸੀ, ਕੋਈ ਆਬਜੈਕਸ਼ਨ ਵਾਲੀ ਗੱਲ ਹੀ ਨਹੀਂ ਸੀ। ਤੇ ਪੜ੍ਹ ਕੇ ਸ਼ੌਕ ਹੋ ਗਿਆ ਕਿ ਇੰਨਾ ਕੁਝ ਸਿੱਖਾਂ ਵਿਰੋਧੀ ਇੱਕ ਪਾਸੜ ਸਾਰਾ ਕੁਝ ਲਿਖਿਆ ਹੋਇਆ। ਸਾਡੀ ਕੋਈ ਵਿਰੋਧੀ ਧਿਰ ਹੈਗੀ ਹੈ, ਉਹ ਸਟੇਟ ਹੈਗੀ ਹੈ, ਉਹਨਾਂ ਦੇ ਬਾਬਤ ਇੱਕ ਲਾਈਨ ਵੀ ਨਹੀਂ ਲਿਖੀ ਹੈਗੀ ਇਸ ਬੰਦੇ ਨੇ। ਕਿਤਾਬ ਹੈ ਜਿਹੜੀ ਤੁਸੀਂ ਆਪ ਦੇਖ ਸਕਦੇ ਹੋ ਕਿ ਇੰਨੇ ਜ਼ਿਆਦੇ ਸਿੱਖ ਵਿਰੋਧੀ ਐਂਗਲ ਦੇ ਨਾਲ ਲਿਖੀ ਗਈ ਹੈ ਕਿ ਪੜ੍ਹਨ ਵਾਲਾ ਤੇ ਹੈਰਾਨ ਹੋਣਾ, ਸੁਣ ਕੇ ਵੀ ਬੰਦਾ ਹੈਰਾਨ ਹੋ ਜਾਊਗਾ ਕਿ ਇੰਨਾ ਕੁਝ ਸਿੱਖ ਵਿਰੋਧੀ ਲਿਖਿਆ ਹੋਇਆ। ਜਿੰਨੇ ਵੀ ਸ਼ਬਦ ਇਹਨੇ ਸਿੱਖਾਂ ਦੇ ਲਈ ਵਰਤੇ ਨੇ, ਉਹ ਵੱਖਵਾਦੀ, ਅੱਤਵਾਦੀ, ਲੁੱਟਾ ਮਾਰਾ ਕਰਨ ਵਾਲੇ ਜਾਂ ਹੋਰ ਜਿੰਨੇ ਵੀ ਭਿਆਨਕ ਤੋਂ ਭਿਆਨਕ ਸ਼ਬਦ ਵਰਤੇ ਜਾਣ। ਕਿੰਨਾ ਪੱਖਪਾਤੀ ਨਜ਼ਰੀਏ ਨਾਲ ਲਿਖਿਆ। ਜਿਹੜੇ 13 ਸਿੱਖ ਸਾਡੇ ਪਹਿਲਾਂ ਸ਼ਹੀਦ ਕੀਤੇ ਨੇ 1978 ਚ, ਉੱਥੇ ਕੋਈ ਨਹੀਂ ਲਿਖਿਆ ਵੀ ਕਾਨੂੰਨ ਛਿੱਕੇ ਤੇ ਟੰਗ ਕੇ ਸਾਡੇ ਸਿੱਖ ਸ਼ਹੀਦ ਕੀਤੇ ਨੇ। ਜਾਂ ਹੋਰ ਜਿੰਨੀ ਵੀ ਯੂਨੀਵਰਸਿਟੀਆਂ ਦੀ ਕਿਤਾਬਾਂ ਨੇ, ਇਤਿਹਾਸ ਦੀਆਂ ਨੇ, ਪੋਲੀਟੀਕਲ ਸਾਇੰਸ ਦੀਆਂ ਨੇ, ਉਹਨਾਂ ਨੂੰ ਉਹ ਖੰਗਾਲੇ ਕਿ ਸਾਡੇ ਸਿੱਖ ਬੱਚਿਆਂ ਨੂੰ ਕਿਤੇ ਸਾਡੇ ਖਿਲਾਫ ਤਾਂ ਨਹੀਂ ਪੜ੍ਹਾਈ ਕਰਵਾਈ ਜਾਂਦੀ। ਸਿਰਫ ਇੱਕ ਧਾਮੀ ਸਾਹਿਬ ਜਿਹੜੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਸਟੇਟਮੈਂਟ ਦੇ ਕੇ ਪੱਲਾ ਝਾੜ ਲਿਆ ਕਿ ਇਹ ਸਿੱਖ ਵਿਰੋਧੀ ਚੀਜ਼ਾਂ ਹਟਾਈਆਂ ਜਾਣ। ਕਿ ਜਦੋਂ ਸਿੱਖਾਂ ਨੇ ਦਰਬਾਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ ਤੇ ਉੱਥੇ ਹਿੰਦੂ ਜਥੇਬੰਦੀਆਂ ਵੱਲੋਂ ਇਹ ਐਲਾਨ ਕਰਿਆ ਸੀਗਾ ਕਿ ਅਸੀਂ ਦਰਬਾਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦਿਵਾਉਣ ਦੇਵਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਗੁਰਮੁਖ ਸਿੰਘ ਬਾਰੀਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਅਹਿਮ ਵਿਸ਼ਾ ਲੈ ਕੇ ਹਾਜ਼ਰ ਹਾਂ। पंजाबी यूनिवर्सिटी पटियाला ਦਾ ਸਿਲੇਬਸ ਪੋਲੀਟੀਕਲ ਸਾਇੰਸ ਸੈਕੰਡ ਸਮੈਸਟਰ ਦੇ ਸਿਲੇਬਸ ਦੇ ਵਿੱਚ ਸਿੱਖਾਂ ਨੂੰ ਸਿੱਧੇ ਤੌਰ ਤੇ ਅੱਤਵਾਦੀ ਦਰਸਾਉਣ ਦਾ ਇਹ ਮਸਲਾ ਗੰਭੀਰ ਮਸਲਾ ਹੈਗਾ ਆ। ਇਸ ਮਸਲੇ ਦੇ ਵਿੱਚ ਕਿਹੜੀਆਂ ਉਹ ਗੰਭੀਰ ਜਿਹੜੇ ਰਾਜ ਹੈਗੇ ਆ, ਕਿਹੜੇ ਨਾਲ ਇਸ਼ੂ ਜੁੜੇ ਹੈਗੇ ਆ, ਜਾਂ ਇਹਦਾ ਵਿਰੋਧ ਕਿਸ ਪੱਧਰ ਤੇ ਹੋਇਆ ਤੇ ਕਿਸ ਪੱਧਰ ਤੇ ਹੋਣਾ ਚਾਹੀਦਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ ਹੋਇਆ, ਕਿਸ ਪੱਧਰ ਤੇ ਹੋਇਆ ਆ, ਕਿਹੜੀਆਂ ਸੰਸਥਾਵਾਂ ਇਸ ਦੇ ਲਈ ਸਿਰਦ ਹਨ ਅਤੇ ਤਤਪਰ ਹਨ, ਜਿਹੜਾ ਸਿੱਧੇ ਤੌਰ ਤੇ ਸਿੱਖੀਜ਼ਮ ਦੇ ਉੱਪਰ ਇਹ ਹਮਲਾ ਕੀਤਾ ਗਿਆ ਆ, ਸਿੱਖਾਂ ਦੇ ਅਕਸ਼ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਆ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਸਾਡੇ ਨਾਲ ਹਾਜ਼ਰ ਨੇ ਅਕਾਲ ਜੂਝ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਰਾਜਪੁਰਾ। ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਪ੍ਰੋਗਰਾਮ ਦੇ ਵਿੱਚ ਕਿ ਮੇਰੇ ਧਿਆਨ ਦੇ ਵਿੱਚ ਇਹ ਆਇਆ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੋਲੀਟੀਕਲ ਸਾਇੰਸ ਦੇ ਸੈਕੰਡ ਸਮੈਸਟਰ ਦੇ ਵਿੱਚ ਇੱਕ ਸਿਲੇਬਸ ਦੇ ਵਿੱਚ ਕਿਹੜੀ ਉਹ ਗੱਲ ਕੀਤੀ ਗਈ ਆ, ਇਹ ਮਸਲਾ ਹੈ ਕੀ ਆ ਕਿ ਸਿੱਖਾਂ ਨੂੰ ਕਿਸ ਤਰ੍ਹਾਂ ਅੱਤਵਾਦੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਇਹ ਗੰਭੀਰ ਮਸਲਾ ਹੈਗਾ ਕਿਉਂਕਿ ਸਾਡਾ ਸਿੱਖਾਂ ਦਾ ਜਿਹੜਾ ਇੱਕ ਪ੍ਰਭਾਵ, ਇੱਕ ਸ਼ਖਸੀਅਤ, ਸਾਡਾ ਵਿਰਸਾ ਹੈਗਾ ਕਿ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਮਾਨਵਤਾ ਦੀ ਗੱਲ ਕਰਦੇ ਹਾਂ, ਮਲਜੂਮਾਂ ਦੇ ਰੱਖਿਆਂ ਦੀ ਗੱਲ ਕਰਦੇ ਹਾਂ। ਅੱਤਵਾਦ ਸ਼ਬਦ ਹੈਗਾ ਆ ਮਲਜੂਮਾਂ ਨੂੰ ਮਾਰਨਾ, ਅਤਿਆਚਾਰ ਕਰਨਾ, ਬੱਚਿਆਂ ਨੂੰ, ਬੀਬੀਆਂ ਤੇ ਜ਼ੁਲਮ ਕਰਨਾ। ਸੋ ਸਾਡੇ ਧਰਮ ਦਾ ਹਿੱਸਾ ਨਹੀਂ ਹੈ।
ਫਿਰ ਪੰਜਾਬ ਦੀ ਧਰਤੀ ਦੇ ਉੱਤੇ ਹੀ ਇੰਨੀ ਵੱਡੀ ਇਹ ਗੰਭੀਰ ਮਸਲਾ ਕਿਵੇਂ ਸਾਹਮਣੇ ਆਇਆ, ਜ਼ਰੂਰ ਦੱਸਿਓ। ਦੇਖੋ ਜੀ, ਜੇਕਰ ਆਪਾਂ ਜਿੰਨਾ ਵੀ ਆਪਣਾ ਸਾਹਿਤ ਹੈ, ਲਿਟਰੇਚਰ ਹੈ, ਜਿਹੜਾ ਸਾਡੇ ਸਕੂਲਾਂ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਕਾਲਜ ਦੇ ਵਿੱਚ ਪੜ੍ਹਾਇਆ ਜਾਂਦਾ, ਹੁਣ ਤੱਕ ਦੀ ਗੱਲ ਇੱਕ ਪੜਚੋਲ ਨਿਕਲਿਆ ਵੀ ਉਹ ਬੇਈਮਾਨੀ ਤਰੀਕੇ ਦੇ ਨਾਲ ਜਿਹੜੀ ਕੇਂਦਰੀ ਸਿੱਖਿਆ ਨੀਤੀ ਹੈ, ਰਾਸ਼ਟਰਵਾਦੀ ਸਿੱਖਿਆ ਨੀਤੀ ਹੈ, ਸਿੱਖ ਵਿਰੋਧੀ ਘੱਟ ਗਿਣਤੀ ਕੌਮਾਂ ਦੇ ਵਿਰੋਧੀ ਐਜੂਕੇਸ਼ਨ ਨੀਤੀ ਹੈ, ਉਹ ਅੱਜ ਕੱਲ੍ਹ ਖੁੱਲ ਕੇ ਸਾਹਮਣੇ ਆ ਰਹੀ ਹੈ। ਕਿਉਂਕਿ ਪਿਛਲੇ ਪਹਿਲਾਂ ਸਾਡੀ ਕਿਤਾਬਾਂ ਦਾ ਰੌਲਾ ਪੈਂਦਾ ਰਿਹਾ, ਸਿੱਖਿਆ ਬੋਰਡ ਦੀਆਂ ਜਿਹੜੀ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬਾਂ ਸੀਗੀਆਂ, ਉਹਦੇ ਵਿੱਚ ਗੁਰੂ ਸਾਹਿਬਾਨ ਪ੍ਰਤੀ ਇੰਨੀ ਭੱਦੀਆਂ ਸ਼ਬਦਾਵਲੀ ਲਿਖੀ ਹੋਈ ਸੀ, ਤੇ ਜਿਹੜੀਆਂ 10-10 ਸਾਲਾਂ ਤੋਂ ਪੜ੍ਹਾਈ ਜਾ ਰਹੀ ਸੀ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਪਰੂਵ ਕੀਤਾ ਹੋਇਆ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪਰੂਵ ਕੀਤਾ ਹੋਇਆ ਸੀ, ਕੋਈ ਆਬਜੈਕਸ਼ਨ ਵਾਲੀ ਗੱਲ ਹੀ ਨਹੀਂ ਸੀ। ਸੋ ਹੁਣ ਜਿਹੜੇ ਹਮਲੇ ਨੇ ਉਹ ਹੋਰ ਤੇਜ਼ ਹੋ ਗਏ ਨੇ ਇਹਨਾਂ ਲੋਕਾਂ ਦੇ। ਸੋ ਇਸੇ ਤਰੀਕੇ ਨਾਲ ਇੱਕ ਸਿਲੇਬਸ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ, ਜਿਹੜਾ MA ਪੋਲੀਟੀਕਲ ਸਾਇੰਸ ਸੈਕੰਡ ਸਮੈਸਟਰ ਦਾ ਸਾਹਮਣੇ ਆਇਆ। ਉਹਦੇ ਵਿੱਚ ਸਿੱਧਾ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਗਿਆ। ਉਹਦੇ ਵਿੱਚ ਇਹ ਇੱਕ ਕਿਤਾਬ ਹੈਗੀ ਹੈ ਮੇਰੇ ਕੋਲੇ, ਪੰਜਾਬ ਦੀ ਰਾਜਨੀਤੀ, ਤੇ ਇਹਦੇ ਵਿੱਚੋਂ ਉਹ ਕੁਝ ਪਾਰਟ ਹੈਗੇ ਨੇ, 2-4 ਪੇਜ, ਜਿਹੜੇ ਪੋਲੀਟੀਕਲ ਸਾਇੰਸ ਦਾ ਸਮੈਸਟਰ ਸੀਗਾ, ਸਿਲੇਬਸ ਸੀ, ਇਸ ਕਿਤਾਬ ਚੋਂ ਉਹ ਦਿੱਤੇ ਗਏ ਨੇ। ਇਹ ਜਦੋਂ ਕਿਤਾਬ ਮੈਂ ਪੜ੍ਹੀ ਹੈ, ਜਾਂ ਉਹ ਸਿਲੇਬਸ ਵੀ ਮੇਰੇ ਕੋਲੇ ਹੈਗਾ, ਉਹ ਮੈਂ ਪੜ੍ਹਿਆ ਤੇ ਪੜ੍ਹ ਕੇ ਸ਼ੌਕ ਹੋ ਗਿਆ ਕਿ ਇੰਨਾ ਕੁਝ ਸਿੱਖਾਂ ਵਿਰੋਧੀ, ਇੱਕ ਪਾਸੜ ਸਾਰਾ ਕੁਝ ਲਿਖਿਆ ਹੋਇਆ, ਇੱਕ ਪਾਸੇ ਦੀ ਸਾਰੀ ਹੈਗੀ ਇਹ ਕਿਤਾਬ, ਸਾਡੀ ਕੋਈ ਵਿਰੋਧੀ ਧਿਰ ਹੈਗੀ ਹੈ, ਉਹ ਸਟੇਟ ਹੈਗੀ ਹੈ, ਉਹਨਾਂ ਦੇ ਬਾਬਤ ਇੱਕ ਲਾਈਨ ਵੀ ਨਹੀਂ ਲਿਖੀ ਹੈਗੀ ਇਸ ਬੰਦੇ ਨੇ। ਇਹ ਕਿਤਾਬ ਦਾ ਰਾਈਟਰ ਹੈ ਜੀ ਜਮਸ਼ੇਦ ਅਲੀ ਖਾਨ ਜੀ। ਇਹਨੇ ਇਹ ਪਹਿਲਾਂ ਕਿਤਾਬ ਹੈ ਜਿਹੜੀ ਤੁਸੀਂ ਆਪ ਦੇਖ ਸਕਦੇ ਹੋ ਕਿ ਇੰਨੇ ਜ਼ਿਆਦੇ ਸਿੱਖ ਵਿਰੋਧੀ ਐਂਗਲ ਦੇ ਨਾਲ ਲਿਖੀ ਗਈ ਹੈ ਕਿ ਪੜ੍ਹਨ ਵਾਲਾ ਤੇ ਹੈਰਾਨ ਹੋਣਾ, ਸੁਣ ਕੇ ਵੀ ਬੰਦਾ ਹੈਰਾਨ ਹੋ ਜਾਊਗਾ ਕਿ ਇੰਨਾ ਕੁਝ ਸਿੱਖ ਵਿਰੋਧੀ ਲਿਖਿਆ ਹੋਇਆ। ਮੈਂ ਤੁਹਾਨੂੰ ਦੱਸਦਾ, ਇਹਦੇ ਵੱਲੋਂ ਇੱਕ ਚੈਪਟਰ ਦਿੱਤਾ ਹੋਇਆ, ਉਹ ਸਿਲੇਬਸ ਦੇ ਵਿੱਚ ਵੀ ਹੈ ਤੇ ਇਸ ਕਿਤਾਬ 'ਚ ਵੀ ਹੈ। ਉਹ ਚੈਪਟਰ ਹੈ ਪੰਜਾਬ ਦੇ ਸਿੱਖ ਜੰਗਜੂ ਅੰਦੋਲਨ ਦਾ ਵਿਸ਼ਲੇਸ਼ਣ। ਇਹਨੇ ਜਿਹੜੀ ਖਾੜਕੂ ਮੂਵਮੈਂਟ ਪੰਜਾਬ ਦੇ ਵਿੱਚ ਚੱਲੀ ਆ, ਉਹਨੂੰ ਸ਼ੁਰੂਆਤ ਦੇ ਵਿੱਚ ਜਿਹੜਾ ਟਾਈਟਲ ਦਾ ਸ਼ਬਦ ਹੈ ਉਹ ਜ਼ਰੂਰ ਜੰਗਜੂ ਦਿੱਤਾ, ਪਰ ਉਸ ਤੋਂ ਬਾਅਦ ਜਿੰਨੇ ਵੀ ਸ਼ਬਦ ਇਹਨੇ ਸਿੱਖਾਂ ਦੇ ਲਈ ਵਰਤੇ ਨੇ, ਉਹ ਵੱਖਵਾਦੀ, ਅੱਤਵਾਦੀ, ਲੁੱਟਾ ਮਾਰਾ ਕਰਨ ਵਾਲੇ, ਜਾਂ ਹੋਰ ਜਿੰਨੇ ਵੀ ਭਿਆਨਕ ਤੋਂ ਭਿਆਨਕ ਸ਼ਬਦ ਵਰਤੇ ਜਾਣ। ਤੇ ਇਹ ਜਿਹੜਾ ਰਾਈਟਰ ਹੈ, ਇਹਦੀ ਕਿਤਾਬ ਪੜ੍ਹਨ ਤੋਂ ਲੱਗਦਾ ਕਿ ਇਹ ਜਿਵੇਂ ਪੂਰੇ ਪਲੈਨਡ ਤਰੀਕੇ ਦੇ ਨਾਲ ਵੀ ਤੂੰ ਇੱਕ ਪਾਸਾ ਸਿੱਖਾਂ ਦਾ ਖਿਲਾਫ ਹੀ ਲਿਖਣਾ, ਦੂਜਾ ਪਾਸਾ ਦਿਖਾਉਣਾ ਹੀ ਨਹੀਂ ਹੈਗਾ। ਮੈਂ ਇਹ ਗੱਲ ਨੂੰ ਪ੍ਰੂਵ ਕਰਾਂਗਾ ਤੁਹਾਡੇ ਚੈਨਲ ਤੇ ਇਸ ਗੱਲ ਨੂੰ। ਉਹ ਕਿਵੇਂ? ਇਹਨਾਂ ਵੱਲੋਂ ਲਿਖਿਆ ਜਾਂਦਾ ਕਿ 13 ਅਪ੍ਰੈਲ 1978 ਨੂੰ 78 ਤੋਂ ਸ਼ੁਰੂਆਤ ਹੁੰਦੀ ਹੈ ਪੰਜਾਬ ਦੇ ਵਿੱਚ ਅੱਤਵਾਦ ਦੀ। ਅੱਤਵਾਦ ਸ਼ਬਦ ਲਿਖਿਆ ਇਹਨੇ, ਤੇ ਉੱਥੇ 13 ਅਪ੍ਰੈਲ ਨੂੰ ਅਖੰਡ ਕੀਰਤੀ ਜਥੇ ਨਾਲ ਸੰਬੰਧਿਤ ਤੇ ਹੋਰ ਸੰਸਥਾਵਾਂ ਦੇ ਸਿੰਘ ਜਿਹੜੇ ਸ਼ਹੀਦ ਹੋ ਜਾਂਦੇ ਨੇ। ਉਸ ਤੋਂ ਬਾਅਦ ਜਦੋਂ 13 ਸਿੰਘ ਸ਼ਹੀਦ ਹੋ ਜਾਂਦੇ ਨੇ, ਉਸ ਦਾ ਬਦਲਾ ਲੈਣ ਦੇ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪਹਿਲੀ ਵਾਰੀ ਆਜ਼ਾਦ ਭਾਰਤ ਦੇ ਵਿੱਚ ਅਹਿੰਸਾ ਨੂੰ ਜਾਇਜ਼ ਠਹਿਰਾਉਂਦੇ ਨੇ ਤੇ ਸਿੱਖਾਂ ਨੂੰ ਆਪਣੀ ਹੋਂਦ ਬਚਾਉਣ ਦੇ ਲਈ ਹਿੰਸਾ ਕਰਨ ਦੀ ਖੁੱਲ੍ਹਮ ਖੁੱਲ੍ਹਾ ਐਲਾਨ ਕਰਦੇ ਨੇ। ਹਾਂਜੀ, ਤੁਸੀਂ ਦੇਖੋ ਕਿੰਨਾ ਪੱਖਪਾਤੀ ਨਜ਼ਰੀਏ ਨਾਲ ਲਿਖਿਆ। ਜਿਹੜੇ 13 ਸਿੰਘ ਸਾਡੇ ਪਹਿਲਾਂ ਸ਼ਹੀਦ ਕੀਤੇ ਨੇ 1978 ਚ, ਉੱਥੇ ਕੋਈ ਨਹੀਂ ਲਿਖਿਆ ਵੀ ਕਾਨੂੰਨ ਛਿੱਕੇ ਤੇ ਟੰਗ ਕੇ ਸਾਡੇ ਸਿੰਘ ਸ਼ਹੀਦ ਕੀਤੇ ਨੇ, ਵੀ ਖੁੱਲ੍ਹੇਆਮ 13 ਬੰਦੇ ਮਾਰ ਦਿੱਤੇ ਜਾਂਦੇ ਨੇ, ਅਮਨ ਕਾਨੂੰਨ ਨੂੰ ਖਤਰਾ ਪੈਦਾ ਹੋਇਆ, ਜਾਂ ਸਿੱਧਾ ਸਿੱਖਾਂ ਦੇ ਨਾਲ ਕਿੰਨਾ ਵੱਡਾ ਧੱਕਾ ਹੋਇਆ ਕਿ ਉਹ ਆਪਣੇ ਗੁਰੂ ਪ੍ਰਤੀ ਸ਼ਰਧਾ ਲੈ ਕੇ ਉੱਥੇ ਗਏ ਕਿ ਸਾਡੇ ਗੁਰੂ ਦੀ ਜਿਹੜੀ ਬੇਅਦਬੀ ਤੁਸੀਂ ਨਾ ਕਰੋ। ਉਹ ਕੋਈ ਵੀ ਗੱਲ ਨਹੀਂ ਲਿਖੀ ਉਸ ਬੰਦੇ ਨੇ, ਜਮਸ਼ੇਦ ਅਲੀ ਖਾਨ ਨੇ। ਉਹਨੇ ਦੂਜਾ ਪੱਖ ਦਿਖਾਇਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਖੁੱਲ੍ਹਮ ਖੁੱਲ੍ਹਾ ਐਲਾਨ ਕੀਤਾ ਕਿ ਅਸੀਂ ਆਜ਼ਾਦ ਭਾਰਤ ਦੇ ਅੰਦਰ ਜਿਹੜੀ ਅਹਿੰਸਾ ਕਰਾਂਗੇ। ਇੱਥੇ ਦੇਖੋ ਕਿੰਨਾ ਪੱਖਪਾਤੀ ਨਜ਼ਰੀਆ ਇਹ ਸਾਡੇ ਪ੍ਰਤੀ। ਤੇ ਅੱਗੇ ਦੂਜੀ ਗੱਲ ਇਹਨਾਂ ਨੇ ਲਿਖੀ ਹੈ ਕਿ ਕਾਨੂੰਨ ਦੀ ਪੇਜ ਨੰਬਰ 29 ਤੇ ਲਿਖਿਆ ਹੋਇਆ ਜੀ। ਇਹ ਦੂਜੀ ਗੱਲ ਲਿਖੀ ਹੈ ਕਿ
ਸੰਤ ਭਿੰਡਰਾ, ਸੰਤ ਸ਼ਬਦ ਨਹੀਂ ਲਿਖਿਆ ਇਹਨਾਂ ਨੇ, ਸੰਤ ਭਿੰਡਰਾਂ ਵਾਲਿਆਂ ਨੇ ਕਾਨੂੰਨ ਦੀ ਪਰਵਾਹ ਕੀਤੇ ਬਿਨਾ 9 ਸਤੰਬਰ 1981 ਨੂੰ ਲਾਲਾ ਜਗਤ ਨਾਰਾਇਣ ਦੇ ਗੋਲੀਆਂ ਮਾਰੀਆਂ। ਇੱਕ ਪੱਤਰਕਾਰ ਨੂੰ ਇਸ ਮੁਲਕ ਦੇ ਅੰਦਰ ਮੌਤ ਦੇ ਘਾਟ ਉਤਾਰਿਆ। ਇੱਥੇ ਲੋਕਤੰਤਰ ਦੀ ਗੱਲ ਹੈ ਤੇ ਇੱਥੇ ਪੱਤਰਕਾਰ ਨੂੰ ਵੀ ਨਹੀਂ ਛੱਡਿਆ ਉਹਨਾਂ ਨੇ, ਅੱਤਵਾਦੀਆਂ ਨੇ ਅੱਤਵਾਦੀ ਸ਼ਬਦ ਲਿਖੇ। ਪਰ ਇਹਦੇ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਲਾਲਾ ਜਗਤ ਨਾਰਾਇਣ ਦਾ ਸਿੰਘਾਂ ਨੇ ਸੌਦਾ ਲਾਇਆ ਕਿਉਂ। ਇਹਨੇ ਬਿਲਕੁਲ ਉਹਦਾ ਪੱਖ ਨਹੀਂ ਦੱਸਿਆ ਕਿ ਉਹਦੇ ਵੱਲੋਂ 1980 ਦੇ 78 ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਖਿਲਾਫ ਇਹੋ ਜਿਹੇ ਸ਼ਬਦ ਬੋਲੇ ਸੀਗੇ, ਲਿਖੇ ਸੀਗੇ ਆਪਣੀ ਜਗਬਾਣੀ ਅਖਬਾਰ ਦੇ ਵਿੱਚ। ਪੰਜਾਬ ਕੇਸਰੀ ਅਖਬਾਰ ਹੁੰਦਾ ਸੀ ਉਦੋਂ, ਪੰਜਾਬ ਕੇਸਰੀ ਅਖਬਾਰ ਦੇ ਅੰਦਰ ਇਹੋ ਜਿਹੇ ਸ਼ਬਦ ਲਿਖੇ ਸਨ ਜਿਹਨੂੰ ਪੜ੍ਹ ਕੇ ਮਤਲਬ ਬੰਦਾ ਆਪਣੇ ਹਿਰਦੇ ਬੰਦੇ ਸਿੱਖ ਦੇ ਬਲੁੰਦਰੇ ਜਾਂਦੇ ਨੇ। ਸਿੱਖ ਤੇ ਉਹਨੂੰ ਸੁਣੇ ਨਹੀਂ ਸਕਦਾ, ਪੜ੍ਹ ਨਹੀਂ ਸਕਦਾ। ਇਹੋ ਜਿਹੇ ਸ਼ਬਦ ਲਿਖੇ ਸਨ ਗੁਰੂ ਕਲਗੀਧਰ ਪਾਤਸ਼ਾਹ ਬਾਰੇ। ਉਹਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਤੁਹਾਨੂੰ ਯਾਦ ਹੋਵੇਗਾ, ਤੁਸੀਂ ਪੰਜਾਬੀ ਅਖਬਾਰ ਅਜੀਤ ਦੇ ਐਡੀਟਰ ਸਬ ਐਡੀਟਰ ਰਹੇ ਹੋ। ਉਹ ਚੌਧੇ ਦੇ ਉੱਤੇ ਕੰਮ ਕੀਤਾ ਕਿ ਜਦੋਂ ਪੰਜਾਬ ਦੇ ਅੰਦਰ ਪਹਿਲਾਂ ਪੰਜਾਬੀ ਟ੍ਰਿਬਿਊਨ ਅਖਬਾਰ ਨਹੀਂ ਹੁੰਦਾ ਸੀਗਾ, ਅੰਗਰੇਜ਼ੀ ਸੀਗਾ। 1978-80 ਤੋਂ ਬਾਅਦ ਸ਼ੁਰੂ ਹੋਇਆ ਇਹ ਅਖਬਾਰ। ਤੇ ਜਦੋਂ ਅਖਬਾਰ ਸ਼ੁਰੂ ਹੋਣਾ ਸੀਗਾ ਪੰਜਾਬੀ ਟ੍ਰਿਬਿਊਨ, ਉਸ ਸਮੇਂ ਲਾਲਾ ਜਗਤ ਨਾਰਾਇਣ ਨੇ ਲੋਕਾਂ ਨੂੰ ਇਹ ਗੱਲ ਕਹੀ ਹੈ ਕਿ ਟ੍ਰਿਬਿਊਨ ਵਾਲਿਆਂ ਨੂੰ ਵੀ ਤੁਸੀਂ ਕਿਉਂ ਪੰਜਾਬੀ ਦਾ ਅਖਬਾਰ ਸ਼ੁਰੂ ਕਰਨ ਲੱਗੇ ਹੋ? ਤੁਹਾਡੀ ਮੱਤ ਮੰਨਦੀ ਹੈ ਇਹ ਪੰਜਾਬੀ ਸ਼ਰਾਬ ਦੀ ਬੋਤਲ ਹੈ, ਉਹ ਤੇ ਪੀ ਲੈਣਗੇ ਪਰ ਪੰਜਾਬੀ ਦਾ ਅਖਬਾਰ ਨਹੀਂ ਪੜ੍ਹਨਗੇ, ਤੁਹਾਡਾ ਅਖਬਾਰ ਫੇਲ ਹੋਊਗਾ। ਸਿਰਫ ਹਿੰਦੀ ਅਖਬਾਰ ਕੱਢੋ। ਇਹ ਵੀ ਕੋਈ ਜ਼ਿਕਰ ਨਹੀਂ ਕੀਤਾ ਕਿ ਲਾਲਾ ਜਗਤ ਨਾਰਾਇਣ ਹੈ ਕੌਣ ਸੀ ਅਸਲ ਦੇ ਵਿੱਚ। ਹੋਰ ਅੱਗੇ ਮੈਂ ਗੱਲ ਦੱਸਦਾ ਤੁਹਾਨੂੰ। 1978 ਨੂੰ ਜਦੋਂ 13 ਸਿੰਘ ਅਖੰਡ ਕੀਰਤੀ ਜਥੇ ਦੇ ਤੇ ਕੁਝ ਦਮਦਮੀ ਟਕਸਾਲ ਦੇ ਜਿਹੜੇ ਸਿੰਘ ਸੀਗੇ ਨਾਲ, ਉੱਥੇ ਜਦੋਂ 13 ਸਿੰਘ ਸ਼ਹੀਦ ਹੋ ਜਾਂਦੇ ਨੇ, ਜਿਹੜੀ ਸਟੇਜ ਉੱਥੇ ਅੰਮ੍ਰਿਤਸਰ ਵਿਖੇ ਲੱਗੀ ਸੀ, ਉਸ ਸਟੇਜ ਤੇ ਜਦੋਂ ਗੁਰੂ ਸਾਹਿਬਾਨ ਪ੍ਰਤੀ ਬੋਲਿਆ ਜਾ ਰਿਹਾ ਸੀਗਾ, ਉੱਥੇ ਜਿਹੜਾ ਸਟੇਜ ਸੈਕਟਰੀ ਸੀ ਉਹ ਵੀ ਲਾਲਾ ਜਗਤ ਨਾਰਾਇਣ ਸੀ ਅੰਮ੍ਰਿਤਸਰ ਵਿਖੇ। ਫਿਰ ਉੱਥੇ ਇਹਨੇ ਸਿੰਘਾਂ ਦੇ ਖਿਲਾਫ ਪੂਰਾ ਕੁਫਰ ਤੋਲਿਆ। ਆਪਣੀ ਅਖਬਾਰ ਦੇ ਵਿੱਚ ਲਿਖਿਆ ਕਿ ਜਿਹੜੇ 13 ਸਿੰਘ ਸ਼ਹੀਦ ਹੋਏ ਨੇ ਇਹ ਸਿੱਖਾਂ ਦੀ ਆਪਸੀ ਲੜਾਈ ਦੇ ਵਿੱਚ ਹੋਏ ਨੇ, ਪਤਾ ਨਹੀਂ ਹੋਰ ਕਿਹੜੇ ਬੰਦੇ ਇਹਨਾਂ ਨੂੰ ਮਾਰ ਗਏ, ਇਹਦੇ ਵਿੱਚ ਨਿਰੰਕਾਰੀਆਂ ਦਾ ਕੋਈ ਹੱਥ ਨਹੀਂ। ਇੱਥੋਂ ਤੱਕ ਕਿ ਜਦੋਂ ਤੁਹਾਨੂੰ ਪਤਾ ਹੋਵੇਗਾ ਕਿ ਗੁਰਬਚਨੇ, ਜਿਹੜਾ ਗੁਰਬਚਨਾ ਸੀਗਾ ਜਿਹਨੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਸੀ ਤੇ ਬਾਅਦ ਚ ਸਿੰਘਾਂ ਨੇ ਉਹਦਾ ਸੋਧਾ ਲਾਇਆ ਸੀਗਾ। ਹਾਂਜੀ ਹਾਂਜੀ ਬਿਲਕੁਲ। ਉਸ ਬਾਬਤ ਵੀ ਇਹਨੇ ਲਿਖਿਆ ਕਿ ਇੱਕ ਬੇਗੁਨਾਹ ਬੰਦੇ ਨੂੰ ਮਾਰਿਆ ਅੱਤਵਾਦੀਆਂ ਵੱਲੋਂ, ਗੁਰਬਚਨੇ ਨੂੰ, ਸੰਤ ਭਿੰਡਰਾਂ ਵਾਲੇ ਦੇ ਕਹਿਣ ਦੇ ਉੱਤੇ। ਪਰ ਇਹ ਕਿਤੇ ਵੀ ਨਹੀਂ ਲਿਖਿਆ, ਲਾਲਾ ਜਗਤ ਨਾਰਾਇਣ ਬਾਰੇ ਵੀ ਕਿਤੇ ਨਹੀਂ ਲਿਖਿਆ ਕਿ ਲਾਲਾ ਜਗਤ ਨਾਰਾਇਣ ਨੇ ਕਿ ਜਿਹੜਾ ਉਹਦਾ ਕੇਸ ਸੀ ਗੁਰਬਚਨੇ ਦਾ, ਉਹ ਪੰਜਾਬ ਤੋਂ ਬਾਹਰ ਕਰਨਾਲ ਸ਼ਿਫਟ ਕਰ ਦਿੱਤਾ ਸੀ। ਉਹ ਪੰਜਾਬ ਨਹੀਂ ਚੱਲਿਆ, ਕੇਸ ਅੰਮ੍ਰਿਤਸਰ ਦਾ ਸੀ ਉਹਦੇ ਖਿਲਾਫ ਸਿੰਘਾਂ ਨੂੰ ਸ਼ਹੀਦ ਕਰਨ ਦਾ। ਤੇ ਲਾਲਾ ਜਗਤ ਨਾਰਾਇਣ ਉਹ ਬੰਦਾ, ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਨੋਟ ਕਰ ਲਿਓ, ਜਿਹਨੇ ਜਲੰਧਰ ਤੋਂ ਚੱਲ ਕੇ ਅੰਮ੍ਰਿਤਸਰ ਕਰਨਾਲ ਜਾ ਕੇ ਕਰਨਾਲ ਕੋਰਟ ਦੇ ਵਿੱਚ ਗੁਰਬਚਨੇ ਦੇ ਹੱਕ ਦੇ ਵਿੱਚ ਡਿਫੈਂਸ ਦੀ ਗਵਾਹੀ ਦਿੱਤੀ ਸੀ ਕਿ ਉੱਥੇ ਨਿਰੰਕਾਰੀਆਂ ਨੇ ਗੋਲੀ ਨਹੀਂ ਚਲਾਈ, ਪਤਾ ਨਹੀਂ ਕਿਹੜੇ ਬੰਦੇ ਗੋਲੀਆਂ ਮਾਰ ਗਏ। ਮੈਂ ਉੱਥੇ ਇਸ ਗੱਲ ਦਾ ਗਵਾਹ ਹਾਂ। ਲਾਲਾ ਜਗਤ ਨਾਰਾਇਣ ਨੇ ਸਟੇਟਮੈਂਟ ਦਿੱਤੀ ਸੀ। ਹਾਂਜੀ ਹਾਂਜੀ। ਪਰ ਇਹ ਕਿਤੇ ਵੀ ਨਹੀਂ ਦੱਸਿਆ ਗਿਆ। ਹੋਰ ਇਸ ਤੋਂ ਇਲਾਵਾ ਮੈਂ ਗੱਲ ਕਰਦੇ ਹਾਂ, ਜਦੋਂ ਪੰਜਾਬੀ ਸੂਬਾ ਜਿਹੜਾ ਮੋਰਚਾ ਲੱਗਿਆ ਤੇ ਜਦੋਂ ਉਸ ਤੋਂ ਬਾਅਦ ਜਿੰਨੀ ਵੀ ਕਾਰਵਾਈ ਹੋਈ ਹੈ ਸਿੱਖਾਂ ਦੇ ਖਿਲਾਫ ਜਾਂ ਸਿੱਖਾਂ ਦੀ ਮੰਗਾਂ ਸੀ ਕਿ ਸਿੱਖਾਂ ਮੰਗਾਂ ਦੇ ਖਿਲਾਫ ਇਹਨੇ ਪੂਰਾ ਜ਼ੋਰ ਨਾਲ ਆਪਣੇ ਅਖਬਾਰ 'ਚ ਲਿਖਿਆ। ਇੱਥੋਂ ਤੱਕ ਕਿ ਪਿੰਡਾਂ ਦੇ ਵਿੱਚ ਜਾ ਕੇ ਇਹ ਅਨਾਉਂਸਮੈਂਟਾਂ ਕਰਾਉਂਦਾ ਰਿਹਾ। ਜਦੋਂ ਜਨਗਣਨਾ ਹੋਈ ਹੈ ਪੰਜਾਬ ਦੇ ਅੰਦਰ ਭਾਸ਼ਾ ਦੇ ਆਧਾਰ ਦੇ ਉੱਤੇ ਕਿ ਕਿੰਨੇ ਬੰਦੇ ਪੰਜਾਬੀ ਬੋਲਣ ਵਾਲੇ ਨੇ ਤੇ ਕਿੰਨੇ ਬੰਦੇ ਹਿੰਦੀ ਬੋਲਣ ਵਾਲੇ ਨੇ, ਇਹ ਪਿੰਡਾਂ ਦੇ ਵਿੱਚ ਜਾ ਕੇ ਅਨਾਉਂਸਮੈਂਟ ਕਰਾਉਂਦਾ ਰਿਹਾ ਕਿ ਅਸੀਂ ਹਿੰਦੂ ਹਾਂ, ਹਿੰਦੂਆਂ ਦੀ ਜਿਹੜੀ ਭਾਸ਼ਾ ਹੈ ਉਹ ਹਿੰਦੀ ਹੈ, ਪੰਜਾਬੀ ਨਹੀਂ ਹੈਗੀ। ਹਾਂਜੀ। ਇਹ ਕਿੱਡਾ ਵੱਡਾ ਦੇਖੋ, ਮਤਲਬ ਇਹਨੇ ਮਾੜੇ ਕੰਮ ਕੀਤੇ।
ਇਹਦਾ ਇੱਕ ਵੀ ਇਸ ਕਿਤਾਬ ਦੇ ਅੰਦਰ ਪੰਜਾਬ ਦੀ ਰਾਜਨੀਤੀ ਜਿਹੜੀ ਜਮਸ਼ੇਦ ਅਲੀ ਖਾਨ ਦੀ ਲਿਖੀ ਹੋਈ ਹੈ, ਇਸ ਬੰਦੇ ਨੇ ਇੱਕ ਵੀ ਲਾਈਨ ਹੈ ਜਿਹੜੀ ਸਾਡੇ ਜਿਹੜੇ ਵਿਰੋਧੀਆਂ ਨੇ ਸਾਡੇ ਖਿਲਾਫ ਜਿੰਨੀਆਂ ਵੀ ਕਾਰਵਾਈਆਂ ਕੀਤੀਆਂ ਨੇ, ਇੱਕ ਵੀ ਲਾਈਨ ਨਹੀਂ ਲਿਖੀ ਹੈਗੀ। ਭਾਈ ਸਾਹਿਬ, ਤੁਸੀਂ ਜਿਹੜਾ ਦੱਸਿਆ ਸਾਰੀਆਂ ਗੱਲਾਂ ਜੀ ਕਿ ਕਿਤਾਬ ਦੇ ਵਿੱਚ ਇੰਨਾ ਕੁਝ ਲਿਖ ਦਿੱਤਾ, ਕੌਣ ਆ ਜਮਸ਼ੇਦ ਅਲੀ, ਕੀ ਕਰਦਾ ਹੈਗਾ ਆ, ਕਿੱਥੇ ਰਹਿੰਦਾ ਆ, ਇਹਦਾ ਕਿੱਤਾ ਕੀ ਹੈਗਾ ਆ, ਥੋੜਾ ਜਿਹਾ ਚਾਨਣਾ ਪਾਇਓ ਜ਼ਰੂਰ। ਦੇਖੋ ਜੀ, ਜਿਹੜਾ ਜਮਸ਼ੇਦ ਅਲੀ ਖਾਨ ਹੈਗਾ, ਇਹ ਪੰਜਾਬੀ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ਤੇ ਇਹਨੂੰ ਪੰਜਾਬ ਸਰਕਾਰ ਨੇ 2000 ਸਨ ਦੇ ਵਿੱਚ ਸਨਮਾਨ ਵੀ ਕੀਤਾ ਸੀ, ਅਵਾਰਡ ਵੀ ਦਿੱਤਾ ਸੀਗਾ। ਪੋਲੀਟੀਕਲ ਸਾਇੰਸ ਇਹ ਇਹਨਾਂ ਦਾ ਜਿਹੜਾ ਸਬਜੈਕਟ ਹੈਗਾ, ਤੇ ਜਿਹੜੀ ਇਹ ਕਿਤਾਬ ਹੈ ਉਹਦੇ ਮੁਤਾਬਕ ਤੇ ਇਹਨਾਂ ਵੱਲੋਂ ਪੋਲੀਟੀਕਲ ਸਾਇੰਸ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਦੇ ਵਿਖੇ ਸਟੱਡੀ ਹੈ ਜਿਹੜੀ ਉਹ ਕਰਵਾਈ ਜਾਂਦੀ ਰਹੀ ਹੈ। ਪਰ ਗੱਲ ਇਹ ਹੈ, ਕੰਪੈਰੀਜ਼ਨ ਸਟੱਡੀ ਦੀ ਗੱਲ ਆਈ ਹੈ, ਡਿਸਟੈਂਸ ਐਜੂਕੇਸ਼ਨ ਦੀ ਗੱਲ ਆਈ ਹੈ, ਪੋਲੀਟੀਕਲ ਸਾਇੰਸ ਦੀ ਗੱਲ ਆਈ ਹੈ, ਇਤਿਹਾਸ ਦੀ ਨਾਲ ਗੱਲ ਆਈ ਹੈ। ਰਾਈਟਰ, ਲੇਖਕ ਉਹੀ ਹੁੰਦਾ ਵਾ ਅਸਲ ਦੇ ਵਿੱਚ ਜਿਹੜਾ ਬਿਨਾਂ ਪੱਖਪਾਤ ਤੋਂ ਆਪਣੀ ਗੱਲ ਹੈ ਲੋਕਾਂ ਦੇ ਵਿੱਚ ਰੱਖੇ, ਨਾ ਕਿ ਇਸ ਕੇ ਨਾਲ ਕਿ ਇੱਕ ਕੌਮ ਨੂੰ ਟਾਰਗੇਟ ਕਰਕੇ ਉਹਦੇ ਖਿਲਾਫ ਇਹੋ ਜਿਹੇ ਐਵੀਡੈਂਸ ਪੇਸ਼ ਕਰਨੇ ਕਿ ਉਹ ਸਮੁੱਚੀ ਕੌਮ ਅੱਤਵਾਦੀ ਹੋਵੇ। ਜਿਵੇਂ ਜੀ ਜੀ ਜੀ, ਜਿਹੜਾ ਵਿਰੋਧ ਹੋਇਆ ਆ, ਜਿਹੜਾ ਇਹ ਮਸਲਾ ਬਣਿਆ ਗੰਭੀਰ, ਤੁਹਾਡੇ ਧਿਆਨ ਚ ਆਇਆ ਆ, ਹੋਰ ਜਿਹੜੀਆਂ ਸਿਰ ਸੰਸਥਾਵਾਂ ਆ, ਕਿੰਨਾ ਸੰਸਥਾਵਾਂ ਵੱਲੋਂ ਜਿਹੜੀ ਮਿਹਨਤ ਤੇ ਰਹਿ ਗਏ, ਸ਼੍ਰੋਮਣੀ ਕਮੇਟੀ ਜਾਂ ਹੋਰ ਜਿਹੜੀਆਂ ਸੰਸਥਾਵਾਂ ਸਾਡੀਆਂ ਜਿਨ੍ਹਾਂ ਦਾ ਫਰਜ਼ ਬਣਦਾ, ਉਹਨਾਂ ਨੇ ਕਿੰਨਾ ਵਿਰੋਧ ਕੀਤਾ, ਤੇ ਜਿਹੜੀਆਂ ਹੋਰ ਸੰਸਥਾਵਾਂ, ਤੁਹਾਡੀ ਕਾਲਜੂ ਜਥੇਬੰਦੀ ਜਾਂ ਹੋਰ ਸੰਸਥਾਵਾਂ, ਉਹਨਾਂ ਦਾ ਕਿੰਨੇ ਕੁ ਲੋਕ ਸਾਥ ਦੇ ਰਿਹਾ, ਕਿੰਨੀਆਂ ਕੁ ਸੰਸਥਾਵਾਂ ਸਾਥ ਦੇ ਰਹੀਆਂ ਇਹਦੇ ਵਿੱਚ? ਜੀ ਜੀ ਦੇਖੋ ਜੀ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਦੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਇੱਕ ਖਾਨਾ ਪੂਰਤੀ ਲਈ ਸਟੇਟਮੈਂਟ ਦਿੱਤੀ ਗਈ। ਕੋਈ ਇਹਦੇ ਤੇ ਇੰਨੇ ਉਹਨਾਂ ਕੋਲ ਪ੍ਰੋਫੈਸਰ ਨੇ, ਇੰਨਾ ਉਹਨਾਂ ਦੇ ਕੋਲ ਬਜਟ ਹੈ, ਕੋਈ ਉਹਨਾਂ ਨੇ ਬੋਰਡ ਨਹੀਂ ਬਣਾਇਆ ਇਸ ਗੱਲ ਦਾ ਕਿ ਅਸੀਂ ਇੱਕ ਬੋਰਡ ਬਣਾਈਏ। ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਕਿਤਾਬਾਂ, ਉਹ ਪੰਜਾਬ ਯੂਨੀਵਰਸਿਟੀ ਦੀ ਕਿਤਾਬਾਂ, ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕਿਤਾਬਾਂ, ਜਾਂ ਹੋਰ ਜਿੰਨੀ ਵੀ ਯੂਨੀਵਰਸਿਟੀਆਂ ਦੀ ਕਿਤਾਬਾਂ ਨੇ, ਇਤਿਹਾਸ ਦੀਆਂ ਨੇ, ਪੋਲੀਟੀਕਲ ਸਾਇੰਸ ਦੀਆਂ ਨੇ, ਉਹਨਾਂ ਨੂੰ ਉਹ ਖੰਗਾਲੇ ਕਿ ਸਾਡੇ ਸਿੱਖ ਬੱਚਿਆਂ ਨੂੰ ਕਿਤੇ ਸਾਡੇ ਖਿਲਾਫ ਤਾਂ ਨਹੀਂ ਪੜ੍ਹਾਈ ਕਰਵਾਈ ਜਾ ਰਹੀ। ਉਹ ਕੋਈ ਵੀ ਏਦਾਂ ਦੀ ਗੱਲ ਨਹੀਂ ਕੀਤੀ। ਸਿਰਫ ਇੱਕ ਧਾਮੀ ਸਾਹਿਬ ਜਿਹੜੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਸਟੇਟਮੈਂਟ ਦੇ ਕੇ ਪੱਲਾ ਝਾੜ ਲਿਆ ਕਿ ਇਹ ਸਿੱਖ ਵਿਰੋਧੀ ਚੀਜ਼ਾਂ ਹਟਾਈਆਂ ਜਾਣ। ਦੂਜੀ ਗੱਲ ਇਹ ਨਹੀਂ ਕੀਤੀ ਕਿ ਅਸੀਂ ਜੇ ਕੋਈ ਯੂਨੀਵਰਸਿਟੀ ਏਦਾਂ ਕਰਦੀ ਹੈ, ਜੇ ਕੋਈ ਪਬਲਿਸ਼ਰ ਏਦਾਂ ਕਰਦਾ ਹੈ, ਜੇ ਕੋਈ ਰਾਈਟਰ ਏਦਾਂ ਲਿਖਦਾ, ਅਸੀਂ ਉਹਦੇ ਖਿਲਾਫ ਐਕਸ਼ਨ ਲਵਾਂਗੇ। ਇਹ ਕੋਈ ਵੀ ਗੱਲ ਏਦਾਂ ਦੀ ਅਖਬਾਰ ਦੇ ਵਿੱਚ ਨਹੀਂ ਕੀਤੀ। ਮੈਂ ਇੱਕ ਹੋਰ ਇੱਕ ਕਿਤਾਬ ਦਾ ਇੱਕ ਚੈਪਟਰ ਹੈ, ਉਹ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਿਹਾ, ਮੈਨੂੰ ਕੁਝ ਸੱਜਣਾ ਨੇ ਭੇਜਿਆ ਸੀਗਾ, ਉਹ ਵੀ ਮੈਂ ਉਹਦੇ ਵੀ ਕੁਐਸਚਨਸ ਸਾਂਝੇ ਕਰਨਾ। ਤੇ ਜਿੰਨੇ ਵੀ ਸਾਡੇ ਇੰਟੈਲੈਕਟ ਸਿੱਖ ਨੌਜਵਾਨ ਨੇ, ਜਿਹੜੇ ਪੜ੍ਹਨ ਵਾਲੇ ਨੇ, ਐਮਏ ਵਾਲੇ ਨੇ, ਬੀਏ ਵਾਲੇ ਨੇ, ਹੋਰ ਐਜੂਕੇਸ਼ਨ ਵਾਲੇ ਨੇ, ਉਹਨਾਂ ਨੂੰ ਵੀ ਮੈਂ ਅਪੀਲ ਕਰਾਂਗਾ ਕਿ ਤੁਸੀਂ ਇਹ ਕਿਤਾਬਾਂ ਆਪਣੇ ਤੌਰ ਤੇ ਖੰਗਾਲੋ, ਇਹਨਾਂ ਦੀ ਪੜਚੋਲ ਕਰੋ ਕਿ ਜਿੰਨੀਆਂ ਸਿੱਖ ਵਿਰੋਧੀ ਕਾਰਵਾਈਆਂ ਜਾਂ ਗੱਲਾਂ ਇਹਨਾਂ ਕਿਤਾਬਾਂ 'ਚ ਲਿਖੀ ਜਾ ਰਹੀਆਂ ਨੇ, ਉਹਨਾਂ ਨੂੰ ਕੌਮ ਦੇ ਸਾਹਮਣੇ ਰੱਖੀਏ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਟੇਟ ਹੈਗੀ ਆ ਸਿੱਖਾਂ ਦੇ ਖਿਲਾਫ ਇੱਕ ਬਹੁਤ ਵੱਡਾ ਐਜੂਕੇਸ਼ਨ ਦੇ ਰੂਪ ਦੇ ਵਿੱਚ ਵਰਤਾਂਤ ਸਿਰਜ ਰਹੀ ਹੈ ਕਿ ਸਾਡੇ ਬੱਚੇ ਹੀ ਕੱਲ ਨੂੰ ਸਿੱਖਾਂ ਦੇ ਖਿਲਾਫ ਹੋ ਜਾਣ। ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ, ਤੁਸੀਂ ਤੇ ਅੱਤਵਾਦੀ ਹੋ। ਸੋ ਇੱਕ ਹੋਰ ਮੈਂ ਸਰਦਾਰ ਗੁਰਮੁਖ ਸਿੰਘ ਜੀ ਤੁਹਾਡੇ ਨਾਲ ਸਾਂਝਾ ਕਰਾਂਗਾ ਚੈਪਟਰ। ਇਹ ਕਿਤਾਬ ਹਜੇ ਅਸੀਂ ਸਰਚ ਕਰ ਰਹੇ ਹਾਂ, ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਹੈ ਕਿ ਕੋਈ ਗਲੋਬਲ ਪੋਲੀਟੀਕਲ ਸਾਇੰਸ ਕਿਤਾਬ ਦਾ ਨਾਮ ਹੈ ਤੇ ਲਿਖੀ ਜੀ ਹਰਵੰਸ ਸਿੰਘ ਵਿਰਦੀ ਦੀ ਹੈ, ਪਰ ਇਹ ਕਨਫਰਮ ਨਹੀਂ ਹੋਇਆ ਹਜੇ ਕਿ ਇਹ ਲਿਖੀ ਉਹਨਾਂ ਨੇ ਹੈ। ਕੁਝ ਕੁ ਨਾਂ ਸਾਹਮਣੇ ਆਏ ਨੇ। ਸੋ ਇਸ ਕਿਤਾਬ 'ਚ ਲਿਖਿਆ ਕੀ ਹੈ, ਇਹਦੇ 'ਚ ਸਵਾਲ ਲਿਖਿਆ ਕਿ ਭਾਰਤ ਦੇ ਵਿੱਚ ਅੱਤਵਾਦ ਦੇ ਮਿਲਦੇ ਵੱਖ-ਵੱਖ ਰੂਪਾਂ ਦਾ ਵਰਣਨ ਕਰੋ, ਤੇ ਅਨਸਰ ਥੱਲੇ ਕੀਤਾ ਜਾਂਦਾ ਕਿ ਖਾਲਿਸਤਾਨੀ ਅੱਤਵਾਦ। ਇਹ ਅੱਤਵਾਦ ਪੰਜਾਬ ਵਿੱਚ ਵਿਸ਼ੇਸ਼ ਤੌਰ ਤੇ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਸੁਤੰਤਰ ਰਾਜ ਖਾਲਿਸਤਾਨ ਦੀ ਸਥਾਪਨਾ ਦੇ ਉਦੇਸ਼ ਨਾਲ ਹੋਇਆ ਸੀ। 1984-85 ਤੱਕ ਇਹ ਖਤਰਨਾਕ ਸਥਿਤੀ ਤੱਕ ਪਹੁੰਚ ਗਿਆ। ਗੁਰਦੁਆਰਿਆਂ ਵਿੱਚ ਜੁਝਾਰੂ
ਹਥਿਆਰ ਜਮ੍ਹਾਂ ਕਰਨ ਲੱਗੇ ਅਤੇ ਅਨੇਕਾਂ ਵਿਦੇਸ਼ੀ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੋ ਮੈਂ ਪਹਿਲਾਂ ਇਹ ਸ਼ਬਦਾਂ ਦਾ ਜਿਹੜਾ ਜ਼ਿਕਰ ਕਰ ਲਵਾਂ, ਬੇਦੋਸ਼ੇ ਲੋਕਾਂ ਦਾ। ਤੁਸੀਂ ਦੇਖੋ, ਫੌਜ ਦਰਬਾਰ ਸਾਹਿਬ ਤੇ ਚੜ ਕੇ ਆਈ ਹੈ, ਸਾਡਾ ਦਰਬਾਰ ਸਾਹਿਬ ਢਹਿ ਢੇਰੀ ਕੀਤਾ। ਅੱਜ ਅਨੇਕਾਂ ਲੋਕ ਮੌਜੂਦ ਨੇ, ਅਨੇਕਾਂ ਲੋਕਾਂ ਨੇ, ਅਫਸਰਾਂ ਨੇ ਕਿਤਾਬਾਂ ਇਸ ਗੱਲ ਤੇ ਲਿਖੀਆਂ ਕਿ ਜੋ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਜ਼ੁਲਮ ਹੋਇਆ, ਉਹ ਗਲਤ ਸੀਗਾ, ਨਹੀਂ ਹੋਣਾ ਚਾਹੀਦਾ। ਵੱਡੇ ਵੱਡੇ ਹਾਂਜੀ IAS ਕਿਤਾਬਾਂ ਲਿਖਤੀਆਂ। ਉੱਥੇ ਬੀਬੀਆਂ ਦੇ ਗੋਲੀਆਂ ਮਾਰੀਆਂ ਗਈਆਂ, 1.5 ਸਾਲ ਦੇ ਬੱਚੇ, 1 ਸਾਲ ਦੇ ਬੱਚਿਆਂ ਨੂੰ ਗੋਲੀਆਂ ਮਾਰੀ ਗਈਆਂ, 14 ਸਾਲ ਤੱਕ ਦੇ ਬੱਚੇ, 200 ਤੋਂ ਵੱਧ 14 ਸਾਲ ਦੇ ਬੱਚੇ ਸੀ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਉਸ ਸਮੇਂ ਸੁੱਟਿਆ ਗਿਆ। ਇੰਨਾ ਵੱਡਾ ਕਹਿਰ ਸਾਡੇ ਪਵਿੱਤਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਉਹ ਪੱਖ ਦਾ ਕੋਈ ਜ਼ਿਕਰ ਨਹੀਂ, ਇੱਕ ਵੀ ਲਾਈਨ ਨਹੀਂ। ਹਾਂਜੀ ਸਿਰਫ ਦੂਜਾ ਪੱਖ ਦਿਖਾ ਰਹੇ ਨੇ ਖੁੱਲ ਕੇ ਕਿ ਭਿੰਡਰਾਂ ਵਾਲਿਆਂ ਵੱਲੋਂ ਮਤਲਬ ਵੱਡਾ ਇੱਕ ਮਾਸੂਮ ਲੋਕਾਂ ਦਾ ਕਤਲ ਕੀਤਾ ਗਿਆ। ਮੈਨੂੰ ਤੁਸੀਂ ਦੱਸੋ ਕਿਹੜਾ ਮਾਸੂਮ ਲੋਕ ਮਾਰਿਆ, ਸਾਹਮਣੇ ਲੈ ਕੇ ਆਓ ਕਿ ਆਹ ਬੰਦਾ ਬੇਗੁਨਾਹ ਸੀ ਜਿਹੜਾ ਸੰਤ ਭਿੰਡਰਾਂ ਵਾਲੇ ਨੇ ਮਾਰਿਆ ਹੋਵੇ। ਇੱਕ ਵੀ ਨਾ ਤੇ ਉਹਨਾਂ ਦੇ ਖਿਲਾਫ FIR ਹੈ, ਨਾ ਹੀ ਕੋਈ ਚਾਰਜਸ ਵੱਡਾ ਲੱਗਿਆ ਉਹਨਾਂ ਦੇ ਖਿਲਾਫ। ਮਤਲਬ ਕਿਸ ਆਧਾਰ ਦੇ ਉੱਤੇ ਤੁਸੀਂ ਇਹ ਗੱਲਾਂ ਆਪਣੀਆਂ ਕਿਤਾਬਾਂ ਦੇ ਵਿੱਚ ਲਿਖ ਰਹੇ ਹੋ ਕਿ ਖਾਲਿਸਤਾਨ ਇਹ ਸਾਡੀ ਸਿਆਸੀ ਲੜਾਈ ਹੈ। ਸਾਡਾ ਜਿਹੜਾ ਖੁੱਸਿਆ ਰਾਜ ਸੀਗਾ ਸਿੱਖਾਂ ਦਾ, ਉਹਦੀ ਬਹਾਲੀ ਲਈ ਅਸੀਂ ਸੰਘਰਸ਼ ਕਰ ਰਹੇ ਹਾਂ, ਮੰਗ ਕਰ ਰਹੇ ਹਾਂ। ਅੱਤਵਾਦ ਕਿੱਦਾਂ ਹੋ ਗਿਆ? ਇਹ ਤੇ ਫਿਰ ਭਾਰਤੀ ਲੋਕਾਂ ਨੇ ਵੀ ਕੀਤਾ। ਜੀ ਇਹ ਪਹਿਲਾ ਮਸਲਾ ਨਹੀਂ ਹੈਗਾ, ਮੈਨੂੰ ਲੱਗਦਾ ਇਹ ਤੁਹਾਡੇ ਧਿਆਨ ਚ ਆ। ਪਹਿਲਾਂ ਬਲਦੇਵ ਸਿੰਘ ਸਿਰਸਾ ਹੋਣਾ ਨੇ ਜਾਂ ਪਹਿਲਾਂ ਤੁਹਾਡੀ ਜਥੇਬੰਦੀ ਵੱਲੋਂ ਵੀ ਜਿਹੜੀਆਂ ਕੁਝ ਕਿਤਾਬਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਇਦਾਂ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਦਬਾਅ ਪੈਣ ਤੇ ਸ਼੍ਰੋਮਣੀ ਕਮੇਟੀ ਨੇ ਪਾਬੰਦੀ ਲਾਈ। ਸਿਰਫ ਪਾਬੰਦੀ ਲਾਈ, ਜਿਹੜੇ ਰਾਈਟਰਾਂ ਨੇ ਲਿਖਿਆ ਸੀ ਉਹਨਾਂ ਖਿਲਾਫ ਕੋਈ ਕਾਰਵਾਈ ਕਰਨ ਦੀ ਕੋਈ ਗੱਲ ਨਹੀਂ ਕੀਤੀ ਉਹਨਾਂ ਵੱਲੋਂ। ਉਸ ਤੋਂ ਬਾਅਦ ਪਿੱਛੇ ਜੇ ਮੋਰਚਾ ਚੰਡੀਗੜ੍ਹ 'ਚ ਲੱਗਾ ਸੀ, ਬੜਾ ਦਬਾਅ ਪੈਣ ਤੋਂ ਬਾਅਦ ਪਰਚੇ ਦਰਜ ਕੀਤੇ ਗਏ ਆ। ਸੋ ਲੀਗਲ ਕਾਰਵਾਈ ਕਰਨ ਦੀ ਕੋਈ ਸੋਚ ਰਹੇ ਜੇ ਤੁਹਾਡੀ ਜਥੇਬੰਦੀ ਜਾਂ ਹੋਰ ਜਥੇਬੰਦੀਆਂ ਸਮੁੱਚੇ ਤੌਰ ਤੇ ਅੱਗੇ ਸੰਘਰਸ਼ ਕਰਨ ਦੇ ਵਾਸਤੇ, ਕੋਈ ਦਬਾਅ ਪਾਉਣ ਵਾਸਤੇ ਸਰਕਾਰ ਵਾਸਤੇ, ਖਾਸ ਕਰਕੇ ਕਿ ਇਸ ਜਿਹੜਾ ਮਾੜਾ ਵਰਤਾਰਾ ਵਰਤਾਰਾ ਉਹਨੂੰ ਰੋਕਿਆ ਜਾ ਸਕੇ? ਕਿਉਂਕਿ ਇਸ ਤਰ੍ਹਾਂ ਵਿਰੋਧ ਕਰਕੇ ਇਕੱਲਾ ਤੇ ਕੱਲ ਨੂੰ ਵਿਰੋਧ ਕਰਕੇ ਪਿੱਛੇ ਚੁੱਪ ਕਰਕੇ ਬੈਠ ਗਏ, ਸਾਰੇ ਸ਼੍ਰੋਮਣੀ ਕਮੇਟੀ ਚੁੱਪ ਕਰਕੇ ਬੈਠ ਗਈ ਆ, ਤੇ ਫਿਰ ਉਹ ਤਾਂ ਕਰਦੇ ਰਹਿਣਗੇ ਇਸ ਤਰ੍ਹਾਂ ਲਗਾਤਾਰ। ਇਹਦੇ ਲਈ ਤੁਸੀਂ ਕੀ ਸੋਚਦੇ ਹੋ ਕਿ ਪੱਕੇ ਤੌਰ ਤੇ ਹੱਲ ਕੇ ਪੈਰਵਾਈ ਕਿਸ ਤਰ੍ਹਾਂ ਕੀਤੀ ਜਾਵੇ? ਜੀ ਦੇਖੋ ਜੀ, ਜਿਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਦੇ ਜਮਸ਼ੇਦ ਅਲੀ ਕਿਤਾਬ ਹੈ ਜੀ, ਇਹਨੂੰ ਪੂਰੀ ਤਰ੍ਹਾਂ ਖੰਗਾਲਿਆ। ਹੁਣ ਅਸੀਂ ਜਿਹੜੀ ਨਵੀਂ ਕਿਤਾਬ ਹੈ, ਜਿਹਦਾ ਤੁਹਾਨੂੰ ਮੈਂ ਜ਼ਿਕਰ ਕਰਕੇ ਗਿਆ ਕਿ ਖਾਲਿਸਤਾਨ ਅੱਤਵਾਦ ਸ਼ਬਦ ਇਹਨਾਂ ਨੇ ਲਿਖਿਆ, ਤੇ ਇਹ ਕਿਤਾਬ ਦੀ ਅਸੀਂ ਸਰਚ ਕਰ ਰਹੇ ਹਾਂ ਤੇ ਹੋਰ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੂੰ ਵੀ ਲੱਭ ਰਹੇ ਹਾਂ। ਜਿਹੜੀ ਸਿੱਖ ਵਿਰੋਧੀ ਕਿਤਾਬਾਂ ਨੇ, ਉੱਥੇ ਅਸੀਂ ਇੱਕ ਗਠਨ ਕਰ ਰਹੇ ਹਾਂ ਨੌਜਵਾਨਾਂ ਦਾ ਕਿ ਉਹ ਇਹਦੇ ਉੱਤੇ ਰਿਸਰਚ ਕਰਕੇ ਕੌਮ ਦੇ ਸਾਹਮਣੇ ਲੈ ਕੇ ਆਉਣ, ਸਰਕਾਰ ਦੇ ਉੱਤੇ ਦਬਾਅ ਪਾਈਏ ਕਿ ਇਹਨਾਂ ਕਿਤਾਬਾਂ ਤੇ ਪਾਬੰਦੀ ਲੱਗੇ ਤੇ ਲੀਗਲ ਐਕਸ਼ਨ ਹੈ। ਉਹਦੇ ਲਈ ਵੀ ਸਾਡੀ ਜਿਹੜੀ ਲੀਗਲ ਟੀਮ ਹੈਗੀ ਹੈ ਵਕੀਲਾਂ ਦੀ, ਉਹ ਵੀ ਚਾਰਾਜੋਈ ਆਪਣੀ ਕਰ ਰਹੀ ਹੈ। ਪਰ ਉਸ ਤੋਂ ਪਹਿਲਾਂ ਅਸੀਂ ਜਿੰਨੇ ਵੀ ਡਾਕੂਮੈਂਟੇਸ਼ਨ ਹੈਗੀ ਹੈ ਇਹਦੇ ਸੰਬੰਧ ਦੇ ਵਿੱਚ, ਉਹ ਅਸੀਂ ਇਕੱਠੀ ਕਰਨਾ ਚਾਹੁੰਦੇ ਹਾਂ। ਉਹ ਗੱਲ ਇੱਥੇ ਖਤਮ ਨਹੀਂ ਕਰਨਾ ਚਾਹੁੰਦੇ ਵੀ ਜਮਸ਼ੇਦ ਅਲੀ ਤੇ ਗੱਲ ਖਤਮ ਹੋ ਜਾਵੇ। ਉਹ ਹੋਰ ਵੀ ਜਿਹੜੀ ਕਿਤਾਬਾਂ ਨੇ ਉਹਨਾਂ ਦੀ ਬਹੁਤ ਵੱਡੀ ਰਿਸਰਚ ਦੀ ਲੋੜ ਹੈ ਕਿ ਉਹਨਾਂ ਦੇ ਵਿੱਚ ਕੀ ਪੜ੍ਹਾਇਆ ਜਾਂਦਾ। ਸੋ ਹੁਣ ਮੈਂ ਜਿਹੜੀ ਇਹ ਕਿਤਾਬ ਦਾ ਜ਼ਿਕਰ ਤੁਹਾਨੂੰ ਕੀਤਾ, ਇਹਦੇ ਵਿੱਚ ਇੱਕ ਪਾਸੜ ਜਿਹੜੀ ਗੱਲ ਹੈ ਉਹ ਇਹਨਾਂ ਨੇ ਕੀਤੀ ਹੈ ਕਿ ਅੱਤਵਾਦ ਸੀਗਾ, ਹਨਾ, ਖਾਲਿਸਤਾਨ ਦਾ ਅੱਤਵਾਦ ਦਾ ਰੂਪ ਸੀਗਾ। ਜੇ ਤੁਸੀਂ ਸਾਨੂੰ ਅੱਤਵਾਦ ਦਾ ਇੱਕ ਰੂਪ ਦੱਸਦੇ ਹੋ, ਫਿਰ ਇੱਕ ਮੇਰਾ ਸਵਾਲ ਹੈ, ਉਹ ਜ਼ਰੂਰ ਦਿਓ ਕਿਤਾਬਾਂ ਲਿਖਣ ਵਾਲਿਓ, ਵੀ ਜਿਹੜੇ ਭਗਵੇ ਅੱਤਵਾਦੀਆਂ ਨੇ ਅੰਬਾਲੇ ਦੇ ਨੇੜੇ ਟ੍ਰੇਨ ਦੇ ਵਿੱਚ ਬੰਬ ਬਲਾਸਟ ਕਰਕੇ 107 ਬੰਦੇ ਮੌਤ ਦੇ ਘਾਟ ਉਤਾਰੇ ਸੀਗੇ, ਜਿਹਦੇ ਵਿੱਚ 60 ਦੇ ਨੇੜੇ ਛੋਟੇ ਛੋਟੇ ਬੱਚੇ ਸੀਗੇ। ਹਾਂਜੀ, ਜਿਹੜੇ ਬੰਦੇ ਨੇ ਉਹ ਚਾਰ ਸ਼ੀਟ ਹੈਗੀ, ਚਲਾਨ ਪੇਸ਼ ਕੀਤਾ, ਉਹ ਮੈਂ ਚਲਾਨ ਆਪ ਪੜ੍ਹਿਆ, ਪੁਲਿਸ ਵਾਲਿਆਂ ਦਾ ਲਿਖਿਆ ਹੋਇਆ ਕਿ ਕਿਸੇ ਛੋਟੇ ਜਿਹੇ 3 ਸਾਲ ਦੇ ਬੱਚੇ ਦੀ ਬਾਂਹ ਹੈ ਉਹ ਟ੍ਰੇਨ ਦੇ ਉੱਪਰ ਚਿਪਕੀ ਹੋਈ ਸੀਗੀ, ਕਿਸੇ ਦੀ ਗਰਦਨ ਹੈ ਜਿਹੜੀ ਉਹ ਸੀਟ ਦੇ ਥੱਲੇ ਫਸੀ ਹੋਈ ਸੀ। ਇੰਨੇ ਬਰੂਟਲ ਖਤਰਨਾਕ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਮਾਰਿਆ। ਤੁਸੀਂ ਉਹਨਾਂ ਬੰਦਿਆਂ ਦਾ, ਭਗਵੇ ਅੱਤਵਾਦੀਆਂ ਦਾ, ਮਤਲਬ ਅੱਧੀ ਲਾਈਨ ਵੀ ਨਹੀਂ ਲਿਖੀ ਹੈਗੀ। ਕੀ ਉਹ ਅੱਤਵਾਦ ਦਾ ਰੂਪ ਨਹੀਂ ਹੈਗਾ? ਉਹ ਹਿੰਦੂ ਰਾਸ਼ਟਰਵਾਦ ਦਾ ਰੂਪ।
ਬਿਲਕੁਲ ਤੁਹਾਡੀ ਫਿਰ ਗੱਲ ਸਹੀ। ਇਹਨਾਂ ਨੇ ਮਾਲੇਗਾਓਂ ਵਿਖੇ ਬੰਬ ਬਲਾਸਟ ਕਰਕੇ ਬੇਗੁਨਾਹ ਬੰਦੇ ਮਾਰੇ ਨੇ। ਇਹਨਾਂ ਨੇ ਮੱਕਾ ਮਸਜਿਦ 'ਚ ਲੋਕ ਮਾਰੇ ਨੇ। ਇਹਨਾਂ ਨੇ ਗੁਜਰਾਤ 'ਚ ਬੰਦੇ ਮਾਰੇ ਨੇ। ਸਿੱਖਾਂ ਨੂੰ ਦਿੱਲੀ 'ਚ ਕਤਲੇਆਮ ਕਰਿਆ। ਉਹ ਜ਼ਿਕਰ ਹੀ ਨਹੀਂ ਹੈਗਾ। ਪੰਜਾਬ ਦੀ ਗੱਲ ਜੇ ਕਰਦਾ ਇਹ ਜਮਸ਼ੇਦ ਅਲੀ ਖਾਨ, ਮੈਨੂੰ ਜਵਾਬ ਦੇਵੇ। ਤੁਸੀਂ ਗੱਲ ਕਰਦੇ ਹੋ ਕਿ 1982 ਦੇ ਅੰਦਰ ਸੰਤ ਭਿੰਡਰਾਂ ਨੇ ਉਹ ਗੁਰਬਚਨੀ ਨੂੰ ਸੋਧਣ ਦਾ ਐਲਾਨ ਕਰਿਆ। ਤੁਸੀਂ ਇਸ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ ਇਸ ਕਿਤਾਬ ਦੇ ਅੰਦਰ ਕਿ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਸਮਿਆਂ ਦੇ ਅੰਦਰ ਸਰੋਵਰ ਦੇ ਅੰਦਰ ਬੀੜੀਆਂ ਸੁੱਟੀ ਗਈਆਂ ਇੱਕ ਖਾਸ ਹਾਂਜੀ ਧਰਮ ਦੇ ਲੋਕਾਂ ਨੂੰ। ਹਾਂਜੀ ਮੈਂ ਤੁਹਾਨੂੰ ਫਿਰਕੂ ਵੱਲ ਨਹੀਂ ਲਿਜਾਣਾ ਚਾਹੁੰਦਾ, ਪਰ ਇਤਿਹਾਸਕ ਫੈਕਟ ਨੇ ਇਹ। ਦੂਜੀ ਬਿਲਕੁਲ ਮੈਂ ਇੱਕ ਗੱਲ ਬਿਲਕੁਲ ਕਰਦਾ, ਤੁਹਾਡੇ ਵੀ ਇਹ ਗੱਲ ਯਾਦ ਹੋਊਗੀ, ਸੰਗਤ ਨੂੰ ਵੀ ਇਹ ਪਤਾ ਵਾ ਇਸ ਗੱਲ ਦਾ ਕਿ ਜਦੋਂ ਸਿੱਖਾਂ ਨੇ ਦਰਬਾਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ ਤੇ ਉੱਥੇ ਹਿੰਦੂ ਜਥੇਬੰਦੀਆਂ ਵੱਲੋਂ ਇਹ ਐਲਾਨ ਕਰਿਆ ਸੀਗਾ ਕਿ ਅਸੀਂ ਦਰਬਾਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦਿਵਾਉਣ ਦੇਵਾਂਗੇ। ਉੱਥੇ ਸ਼ਹਿਰ ਦੇ ਵਿੱਚ ਡੰਡਿਆਂ ਦੇ ਉੱਤੇ ਬੀੜੀਆਂ ਟੰਗ ਕੇ ਉੱਥੇ ਮਾਰਚ ਕੱਢਿਆ ਗਿਆ ਸੀ ਦਰਬਾਰ ਸਾਹਿਬ ਦੇ ਨੇੜੇ। ਤੇ ਜਿਹੜਾ ਦਰਬਾਰ ਸਾਹਿਬ ਦਾ ਮਾਡਲ ਸੀਗਾ ਰੇਲਵੇ ਸਟੇਸ਼ਨ ਵਿਖੇ ਅੰਮ੍ਰਿਤਸਰ, ਉਹਨੂੰ ਜਾ ਕੇ ਤੋੜਿਆ ਗਿਆ। ਉਹਦਾ ਕੋਈ ਜ਼ਿਕਰ ਨਹੀਂ ਹੈਗਾ। ਸਿੱਖਾਂ ਦੀ ਕਿੰਨੀਆਂ ਦੁਕਾਨਾਂ ਨੂੰ ਅੱਗਾਂ ਲਾਈਆਂ ਗਈਆਂ ਉਹਨਾਂ ਸਮਿਆਂ ਦੇ ਦੌਰਾਨ, ਮੇਰੇ ਕੋਲੇ ਪੂਰੇ ਸਬੂਤ ਨੇ ਵਿਦ ਤਰੀਕ। ਗੁਰੂ ਬਿਲਕੁਲ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅੱਗਾਂ ਲਾਈ ਗਈਆਂ। ਸਿੱਖਾਂ ਦੀ ਬਹੁ ਬੇਟੀਆਂ ਦੇ ਨਾਲ ਬਲਾਤਕਾਰ ਹੋਏ ਨੇ। ਸਿੱਖਾਂ ਦੇ ਕਾਰੋਬਾਰ ਖਤਮ ਕੀਤੇ ਗਏ ਨੇ। ਉਹਦੀ ਕੋਈ ਗੱਲ ਹੀ ਨਹੀਂ ਹੈਗੀ। ਜੀ ਇੱਕ ਪਾਸੜ ਪੂਰੀ ਪ੍ਰੀ ਪਲੈਨਿੰਗ ਤਰੀਕੇ ਦੇ ਨਾਲ ਸਾਡੇ ਖਿਲਾਫ ਲਿਖਿਆ ਜਾ ਰਿਹਾ। ਮੈਂ ਨਹੀਂ ਕਹਿੰਦਾ ਤੁਸੀਂ ਲਿਖੋ, ਸਾਡੀਆਂ ਕਮੀਆਂ ਵੀ ਲਿਖੋ, ਪਰ ਜਿਹੜੇ ਬੰਦੇ ਸਾਡੇ ਵਿਰੋਧੀ ਧਿਰ ਮੈਦਾਨ ਦੇ ਵਿੱਚ ਹੈ, ਸਾਡੇ ਧਿਰ ਖਿਲਾਫ ਹੈ, ਉਹਦੇ ਬਾਰੇ ਤਾਂ 2 ਅੱਖਰ ਲਿਖ ਦਿਓ। ਕਿੰਨੇ ਬਿਲਕੁਲ ਮਾਵਾਂ ਦੇ ਜਿਹੜੇ ਪੁੱਤ ਨੇ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਨਹਿਰਾਂ 'ਚ ਸੱਟ ਤੇ ਮਾਰ-ਮਾਰ ਕੇ ਗੋਲੀਆਂ। ਮਾਵਾਂ ਅੱਜ ਵੀ ਜੀ ਉਡੀਕਦੀਆਂ ਨੇ ਕਿ ਸਾਡਾ ਪੁੱਤ ਘਰ ਜੀ ਆਵੇਗਾ। ਉਹਦਾ ਕੋਈ ਜੀ ਜ਼ਿਕਰ ਜੀ ਨਹੀਂ ਹੈਗਾ। ਜੀ ਭਾਈ ਸਾਹਿਬ, ਮੈਂ ਇਹ ਪੁੱਛਣਾ ਜ਼ਰੂਰ ਚਾਹੂੰਗਾ ਕਿ ਮੇਰਾ ਇੱਕ ਕੁਐਸਚਨ ਜਿਹੜਾ ਸਮੇਂ ਦੇ ਹਿਸਾਬ ਨਾਲ ਮੈਂ ਕਰੂੰਗਾ ਹੁਣ। ਜੀ ਅਹਿਮ ਸਵਾਲ ਹੈਗਾ ਕਿ ਤੁਸੀਂ ਕੀ ਸਮਝਦੇ ਹੈਗੇ ਜੇ ਕਿ ਹੁਣ ਰਲ ਮਿਲ ਕੇ ਸੱਦਾ ਕੀ ਦੇਣਾ ਚਾਹੁੰਦੇ ਜੇ ਨੌਜਵਾਨਾਂ ਨੂੰ, ਖਾਸ ਕਰਕੇ ਜਿਹੜੇ ਪਟਿਆਲਾ ਦਾ ਵਿਦਿਆਰਥੀ ਹੈਗੇ, ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਉੱਥੇ ਵਿਦਿਆਰਥੀ ਯੂਨੀਅਨ ਵੀ ਹੈਗੀਆਂ ਨੇ, ਜਾਂ ਵੈਸੇ ਵੀ ਪੰਜਾਬ ਦਾ ਨੌਜਵਾਨ ਆ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦਾ ਸੁਨੇਹਾ ਸੱਦਾ ਦੇਣਾ ਚਾਹੁੰਦੇ ਜੇ ਕਿ ਇਸ ਜਿਹੜਾ ਵਰਤਾਰਾ ਹੈਗਾ, ਮਾੜਾ ਵਰਤਾਰਾ, ਇੱਕ ਪਾਸੜ ਇੱਕ ਚੀਜ਼ ਨੂੰ ਬਿਆਨ ਕੀਤਾ ਗਿਆ ਆ ਸਾਡੇ ਖਿਲਾਫ, ਉਹਦਾ ਵਿਰੋਧ ਕਰਨ ਵਾਸਤੇ, ਦਰਜ ਕਰਨ ਵਾਸਤੇ ਕਿਸ ਤਰ੍ਹਾਂ ਦੀ ਲਾਮਬੰਦੀ ਹੋਣੀ ਚਾਹੀਦੀ ਹੈ ਜੀ? ਦੇਖੋ ਜੀ, ਮੈਂ ਇਹੀ ਅਪੀਲ ਕਰਾਂਗਾ ਸਿੱਖ ਨੌਜਵਾਨਾਂ ਨੂੰ ਕਿ ਜੋ ਸਾਡੇ ਖਿਲਾਫ ਬਿਰਤਾਂਤ ਸਿਰਜਿਆ ਜਾ ਰਿਹਾ, ਜਿਹੜੀ ਸੈਂਟਰਲਾਈਜ਼ ਸਿੱਖਿਆ ਪਾਲਿਸੀਜ਼ ਹੈਗੀਆਂ ਨੇ, ਉਹ ਜਿਸ ਤਰੀਕੇ ਦੇ ਨਾਲ ਸਾਡੇ ਉੱਤੇ ਥੋਪੀਆਂ ਜਾ ਰਹੀਆਂ ਨੇ, ਸਾਡੇ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਪਾਲਿਸੀਜ਼ ਨੂੰ ਫੜੀਏ। ਉਹ ਕਿਤਾਬਾਂ ਦੇ ਵਿੱਚ ਉਹ ਕੰਟੈਂਟ ਨੇ ਜਿਹੜੇ, ਉਹਨਾਂ ਨੂੰ ਲੱਭੀਏ, ਉਹ ਲੱਭ ਕੇ ਕੌਮ ਦੇ ਸਾਹਮਣੇ ਰੱਖੀਏ। ਬਸ ਤੁਸੀਂ ਇੰਨਾ ਕੰਮ ਕਰ ਲਓ ਕਿ ਕੌਮ ਦੇ ਸਾਹਮਣੇ ਰੱਖੀਏ ਇਸ ਗੱਲ ਨੂੰ, ਬਾਕੀ ਕੌਮ ਆਪਣੇ ਆਪ ਕਰ ਲਓ। ਸੋ ਇਸ ਲਈ ਬੜਾ ਚੇਤੰਨ ਹੋਣ ਦੀ ਲੋੜ ਹੈ, ਕਿਉਂਕਿ ਸਾਨੂੰ ਬੁੱਧੀਜੀਵੀਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ, ਨਾ ਹੀ ਦੇਖਣਾ ਚਾਹੀਦਾ, ਕਿਉਂਕਿ 1947 ਤੋਂ ਲੈ ਕੇ ਅੱਜ ਤੱਕ ਜਿਹੜੇ ਬੁੱਧੀਜੀਵੀ ਹੁੰਦੇ ਨੇ ਨਾ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, 95% ਉਹ ਸਟੇਟ ਦੇ ਨਾਲ ਚੱਲਦੇ ਹੁੰਦੇ ਨੇ। ਉਹਨਾਂ ਨੇ ਕਦੇ ਤੁਹਾਡੀ ਗੱਲ ਨਹੀਂ ਕੀਤੀ ਹੈਗੀ ਕਿ ਸਾਡੇ ਖਿਲਾਫ ਇਹ ਲਿਖਿਆ ਜਾ ਰਿਹਾ। ਕਿੰਨੇ ਬੁੱਧੀਜੀਵੀ ਨੇ ਪੰਜਾਬੀ ਯੂਨੀਵਰਸਿਟੀ 'ਚ, ਇੱਕ ਵੀ ਬੰਦਾ ਨਹੀਂ ਬੋਲਿਆ ਹੈਗਾ। ਜੀ ਜੀ ਇਸ ਕਰਕੇ ਤੁਸੀਂ ਉਹਨਾਂ ਵੱਲ ਧਿਆਨ ਨਾ ਦਿਓ। ਉਹਨਾਂ ਨੇ ਸਟੇਟ ਤੋਂ ਆਪਣੇ ਪ੍ਰੋਫਿਟ ਨੇ ਜਿਹੜੇ ਉਹ ਲੈਣੇ ਹੁੰਦੇ ਨੇ। ਉਹ ਤੁਹਾਡੀ ਕੌਮ ਦੇ ਕੰਮ ਨਹੀਂ ਕਰ ਸਕਦੇ। ਇਹ ਤੁਸੀਂ ਤੁਹਾਨੂੰ ਖੁਦ ਕਰਨੇ ਪੈਣੇ ਨੇ। ਬਿਲਕੁਲ। ਸੋ ਜੇ ਮੈਂ ਗੱਲ ਕਰਾਂ ਆਪਣੇ ਦਰਸ਼ਕਾਂ ਦੇ ਲਈ, ਇੱਕ ਅਹਿਮ ਗੱਲ ਇਸ ਪ੍ਰੋਗਰਾਮ ਤੋਂ ਉੱਭਰ ਕੇ ਸਾਹਮਣੇ ਆਊਗੀ ਕਿ ਕੌਮਾਂ ਦੇ ਜਿਹੜਾ ਫਿਜ਼ੀਕਲੀ ਕੋਈ ਨੁਕਸਾਨ ਪਹੁੰਚਾਉਣਾ, ਉਹ ਬੜਾ ਛੋਟਾ ਨੁਕਸਾਨ ਹੁੰਦਾ ਆ, ਭਰਪਾਈ ਹੋ ਸਕਦੀ ਆ। ਲੇਕਿਨ ਜਿਹੜੀਆਂ ਕੌਮਾਂ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਇਹ ਇੱਕ ਬੜੀ ਘਾਤਕ ਨੁਕਸਾਨ ਹੁੰਦਾ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਸੋ ਇਹਦੇ ਲਈ ਲਾਮਬੰਦੀ ਬੜੀ ਜ਼ਰੂਰੀ ਹੈਗੀ ਆ।
ਜਿਹੜਾ ਸਿੱਧੇ ਤੌਰ ਤੇ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ, ਬੜਾ ਪੁਰਾਣਾ ਵਰਤਾਰਾ ਤੁਰਿਆ ਆਇਆ ਆ ਕਿ ਜਿਹੜੀਆਂ ਸ਼ਾਸਕ ਧਿਰਾਂ ਹੁੰਦੀਆਂ ਨੇ, ਜਿਹੜੀਆਂ ਰਾਜ ਕਰਦੀਆਂ ਧਿਰਾਂ ਹੁੰਦੀਆਂ ਨੇ, ਤੇ ਜਿਹੜੀਆਂ ਕੌਮਾਂ ਸਟੇਟਲੈਸ ਹੁੰਦੀਆਂ ਨੇ, ਖਾਸ ਕਰਕੇ ਮੈਂ ਕਹਾਂ ਉਹਨਾਂ ਦੇ ਸੱਭਿਆਚਾਰ ਨੂੰ, ਵਿਰਸੇ ਨੂੰ, ਸਿੱਖਿਆ ਨੂੰ, ਇਤਿਹਾਸ ਨੂੰ ਇਸ ਤਰ੍ਹਾਂ ਤੋੜਿਆ ਮਰੋੜਿਆ ਜਾਂਦਾ ਆ, ਮੈਰਜਨਲਾਈਜ਼ ਕੀਤਾ ਜਾਂਦਾ ਹੈਗਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਪੀੜ੍ਹੀਆਂ ਨੂੰ ਉਹਨਾਂ ਦਾ ਜਿਹੜਾ ਅਮੀਰ ਵਿਰਸਾ ਇਤਿਹਾਸ ਆ ਉਹਦੀ ਸਹੀ ਤਸਵੀਰ ਪੇਸ਼ ਨਾ ਹੋਵੇ। ਸੋ ਭਾਈ ਜਸਵਿੰਦਰ ਸਿੰਘ ਰਾਜਪੁਰਾ ਹੋਣਾ ਨੇ ਵੀ ਇੱਕ ਅਹਿਮ ਮੁੱਦਾ ਜਿਹੜਾ ਹੈਗਾ ਇਹ ਸਾਹਮਣੇ ਲਿਆਂਦਾ ਹੈਗਾ ਆ। ਮੈਂ ਸਮਝਦਾ ਹੈਗਾ ਕਿ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ, ਜਿਹੜੇ ਪੰਜਾਬ ਦੇ ਜਿੰਨੇ ਬਸ਼ਿੰਦੇ ਹੈਗੇ ਆ, ਸਿੱਖ ਕੌਮ ਦੇ ਨੌਜਵਾਨ ਜਿੰਨੇ ਹੈਗੇ ਆ, ਜਿੰਨੀਆਂ ਜਥੇਬੰਦੀਆਂ ਹੈਗੀਆਂ ਵਾ, ਕਿ ਸਹਿਰਦ ਹੋ ਕੇ ਇਹਦੇ ਪ੍ਰਤੀ ਲਾਮਬੰਦ ਹੋਣ ਅਤੇ ਸਾਰੀਆਂ ਜਥੇਬੰਦੀਆਂ ਇਹਦਾ ਸਾਥ ਦੇਣਾ ਚਾਹੀਦਾ ਹੈਗਾ ਆ। ਇੱਕ ਜਰਨਲਿਜ਼ਮ ਪੁਆਇੰਟ ਆਫ ਵਿਊ ਤੋਂ ਵੇਖੀਏ ਤੇ ਪੰਜਾਬ ਦੀ ਜਿਹੜੀ ਅਮੀਰ ਵਿਰਸਾ ਹੈਗਾ ਆ, ਜਿਹੜਾ ਸੰਘਰਸ਼ ਭਰਿਆ ਵਿਰਸਾ ਹੈਗਾ ਆ, ਜਿਹੜੀ ਸਾਡੀ ਸਿੱਖਾਂ ਦੀ ਇਮੇਜ ਹੈਗੀ ਆ, ਕੌਮ ਸਿੱਖ ਕੌਮ ਦੀ ਇਮੇਜ ਹੈਗੀ ਆ, ਸਰਬੱਤ ਦੇ ਭਲੇ ਵਾਲੀ ਤੇ ਜ਼ੁਲਮ ਦੇ ਖਿਲਾਫ ਲੜਨ ਵਾਲੀ ਵੀ, ਉਹਨੂੰ ਖਰਾਬ ਤੇ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹਨੂੰ ਬਚਾਉਣਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈਗਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਾਂਗੇ ਕਿ ਭਾਈ ਜਸਵਿੰਦਰ ਸਿੰਘ ਰਾਜਪੁਰਾ ਹੋਣ ਦਾ ਸੁਨੇਹਾ ਸਮੁੱਚੀ ਕੌਮ ਵਿੱਚ ਜ਼ਰੂਰ ਜਾਊਗਾ ਤੇ ਕੌਮ ਇਸ ਵੱਲ ਧਿਆਨ ਦਊਗੀ। ਸੋ ਅੱਜ ਦੇ ਇਸ ਅਹਿਮ ਮੁੱਦੇ ਦੇ ਵਿੱਚ ਅਸੀਂ ਵਿਚਾਰ ਕਰਦੇ ਹਾਂ, ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਵਾਹਿਗੁਰੂ ਜੀ। ਕਹਿਣਾ ਚਾਹੁੰਦਾ ਪਹਿਲਾਂ ਮਾਫੀ ਚਾਹੁੰਦਾ ਕਿ ਜਿਹੜਾ ਤੁਸੀਂ ਸ਼ਬਦ ਵਰਤਿਆ ਕੌਮ ਉਹਨੂੰ ਸਮਝੇ ਸਟੇਟਲੈਸ, ਇਹ ਬਹੁਤ ਪ੍ਰੋਪਰ ਸ਼ਬਦ ਹੈ ਸਮਝਣ ਦੇ ਲਈ ਕਿ ਜਿਹੜੀ ਕੌਮਾਂ ਸਟੇਟਲੈਸ ਹੁੰਦੀਆਂ ਨੇ ਉਹਨਾਂ ਨਾਲ ਸਾਰਾ ਕੁਝ ਹੁੰਦਾ, ਉਹਦੇ ਲਈ ਸਾਨੂੰ ਉਸ ਤਰੀਕੇ ਦੀ ਤਿਆਰੀ ਕਰਨੀ ਪਵੇ ਜੀ। ਸੋ ਜ਼ਰੂਰ ਤਿਆਰੀ ਕਰਨੀ ਪਊਗੀ ਅਤੇ ਆਪਣੇ ਜਿਹੜੀ ਅਮੀਰ ਵਿਰਸਾ ਆ, ਜੋ ਸਾਡੇ ਨਾਲ ਵਾਪਰਿਆ, ਉਹਦੀ ਸਹੀ ਤਸਵੀਰ ਸਾਡੀਆਂ ਪੀੜ੍ਹੀਆਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਆ। ਸੋ ਮੈਂ ਸਮਝਦਾ ਹੈਗਾ ਕਿ ਇੱਕ ਅਹਿਮ ਤੇ ਗੰਭੀਰ ਮੁੱਦਾ ਹੈਗਾ ਜਿਹਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਸਮੁੱਚੀ ਸਿੱਖ ਕੌਮ ਇਸ ਵੱਲ ਜ਼ਰੂਰ ਧਿਆਨ ਦਊਗੀ। ਫਿਲਹਾਲ ਅਸੀਂ ਇਜਾਜ਼ਤ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।